ਇਹ ਜੀ ਜਿਹੜੀ ਗੰਗਾ ਸਾਗਰ ਹੈ ਇਹਦੀ ਸਭ ਤੋਂ ਪਹਿਲੀ ਗੱਲ ਤਾਂ ਹੈ ਕਿ ਇਹਦੀ ਮਹੱਤਤਾ ਔਰ ਮਹਾਨਤਾ ਇਹੀ ਸਭ ਤੋਂ ਬੜੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਮੁਬਾਰਕ ਹੱਥ ਇਹਨੂੰ ਲੱਗੇ ਹੋਏ ਨੇ। ਅਤੇ ਗੁਰੂ ਸਾਹਿਬ ਨੇ ਕਿਹਾ ਕਿ ਤੂੰ ਇੱਕ ਝੋਟੀ ਵੱਲ ਇਸ਼ਾਰਾ ਕੀਤਾ ਕਿ ਤੂੰ ਰੱਬ ਦਾ ਨਾਂ ਲੈ ਕੇ ਥਾਪੀ ਦੇ। ਅਤੇ ਉਹਨਾਂ ਦੀ ਗੱਲ ਸੁਣ ਕੇ ਨੂਰਾ ਹੈਰਾਨ ਹੋਇਆ ਅਤੇ ਕਹਿਣ ਲੱਗਿਆ ਜੀ ਮੇਰੇ ਕੋਲ ਬਰਤਨ ਹੈ ਨਹੀਂ ਕੋਈ ਵੀ। ਅੱਛਾ ਅਤੇ ਇਹ ਗੰਗਾ ਸਾਗਰ ਗੁਰੂ ਸਾਹਿਬ ਦੇ ਕੋਲ ਸੀ ਜਦੋਂ ਰਾਏਕੋਟ ਦੀ ਧਰਤੀ 'ਤੇ ਤਸ਼ਰੀਫ ਲਿਆਏ। ਇਹ ਉਹਨਾਂ ਨੇ ਫਿਰ ਨੂਰੇ ਵੱਲ ਨੂੰ ਵਧਾਇਆ ਵੀ ਇਹਦੇ 'ਚ ਚੋ ਕੇ ਲਿਆ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਸਾਡੇ ਮਾਤਾ ਜੀ ਉਹ ਛੋਟੇ ਸਾਹਿਬਜ਼ਾਦੇ ਵਿਛੜ ਗਏ ਔਰ ਉਹਨਾਂ ਦਾ ਪਤਾ ਕਰਵਾ ਦਿਓ, ਸਰਹੰਦ ਬੰਦਾ ਪਰ ਭੇਜਿਓ ਕੋਈ ਭਰੋਸੇ ਵਾਲਾ ਬੰਦਾ। ਬਿਕੋਜ਼ ਉਸ ਵੇਲੇ ਇਟ ਵਾਜ਼ ਸੱਚ ਅ ਡਿਫਿਕਲਟ ਟਾਈਮ। ਗੁਰੂ ਸਾਹਿਬ ਦਾ ਨਾਮ ਲੈਣਾ ਵੀ ਇੱਕ ਜੁਰਮ ਬਣ ਗਿਆ। ਬਿਲਕੁਲ ਠੀਕ ਹੈ ਜੀ। ਜਦੋਂ ਮਾਸੂਮ ਬੱਚਿਆਂ ਦੀ ਸ਼ਹੀਦੀ ਦੀ ਖਬਰ ਉਹਨਾਂ ਨੇ ਸੁਣੀ ਅਤੇ ਉਹਨਾਂ ਨੇ ਉਹਨਾਂ ਦਾ ਬਹੁਤ ਹੀ ਮਸ਼ਹੂਰ ਬਚਨ ਹੈ ਕਿ ਜ਼ਾਲਿਮ ਤੁਰਕਾਂ ਦਾ ਰਾਜ ਹੁਣ ਪੱਟਿਆ ਗਿਆ। ਅਤੇ ਜਿਹੜੀ ਸ੍ਰੀ ਸਾਹਿਬ ਸੀ ਉਹ ਅੰਗਰੇਜ਼ਾਂ ਨੇ ਆਪਣੀ ਹਕੂਮਤ ਦੇ ਜ਼ੋਰ 'ਤੇ 1854 ਵਿੱਚ ਸਾਡੇ ਬਜ਼ੁਰਗਾਂ ਕੋਲੋਂ ਜ਼ਬਰਦਸਤੀ ਲੈ ਲਈ। ਅਤੇ ਤੁਹਾਡੇ ਕੋਲ ਸਿੱਖਾਂ ਦੇ ਗੁਰੂ ਦੀ ਇੱਕ ਬਖਸ਼ਿਸ਼ ਸੀਗੀ ਜਿਹਨੂੰ ਤੁਸੀਂ ਤੁਹਾਡੇ ਪਰਿਵਾਰ ਨੇ ਤੁਸੀਂ ਦੱਸਿਆ ਕਿ 9ਵੀਂ ਜਨਰੇਸ਼ਨ ਹੈਗੀ ਹੈ ਤੁਹਾਡੀ ਹੁਣ। ਉਸ ਤੋਂ ਬਾਅਦ 300 ਸਾਲ ਤੋਂ ਜ਼ਿਆਦਾ 318 ਸਾਲ ਹੋ ਗਏ ਨੇ ਤੁਹਾਡੇ ਕੋਲ। ਕਦੇ ਕੋਈ ਕਿਸੇ ਤਰ੍ਹਾਂ ਦੀ ਆਪੋਜੀਸ਼ਨ, ਕਦੇ ਕੋਈ ਵਿਰੋਧ ਹੋਇਆ ਹੋਵੇ, ਕੋਈ ਕਦੇ ਇਸ ਤਰ੍ਹਾਂ ਦਾ ਤੁਹਾਨੂੰ ਕਦੇ ਸਾਹਮਣਾ ਕਰਨਾ ਪਿਆ ਜੀ? 250 ਸਾਲ ਗੰਗਾ ਸਾਗਰ ਰਾਏਕੋਟ 'ਚ ਰਿਹਾ। 250 ਸਾਲ ਗੰਗਾ ਸਾਗਰ। ਅਤੇ ਫਿਰ 47 'ਚ ਮੇਰੇ ਬਾਬਾ ਜੀ ਔਰ ਮੇਰੇ ਫਾਦਰ ਉੱਥੋਂ 47 'ਚੋਂ ਪਾਕਿਸਤਾਨ ਗਏ। ਖਾਨ ਬਹਾਦਰ ਰਾਏ ਅਨਾਇਤ ਖਾਨ ਮੇਰੇ ਬਾਬਾ ਜੀ ਦਾ ਨਾਂ ਸੀ। ਹੀ ਵਾਜ਼ ਦਾ ਲਾਸਟ ਹੈਡ ਆਫ ਦਾ ਫੈਮਿਲੀ। ਮੈਂ ਹੁਣ ਕਿਸੇ ਨੂੰ ਇਹ ਨਹੀਂ ਅਲਾਓ ਕਰ ਸਕਦਾ ਕਿ ਗੋਡ ਫੋਰਬਿਡ ਇਹਨੂੰ ਬ੍ਰੇਕ ਕਰਕੇ ਅਸੀਂ ਚੈੱਕ ਕਰੀਏ ਕਿ ਇਹ ਕਿਵੇਂ ਬਣਿਆ, ਇਹਦੀ ਬਣਤਰ ਅੰਦਰੋਂ ਕੀ ਹੈ। ਮੈਂ ਜਿਵੇਂ ਸਵੇਰੇ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਅੱਜ ਅਸੀਂ ਗੱਲਬਾਤ ਕਰਾਂਗੇ ਰਾਏ ਅਜ਼ੀਜ਼ੁੱਲਾ ਸਾਹਿਬ ਦੇ ਨਾਲ, ਜਿਹੜੇ ਕਿ ਸਾਡੇ ਨਾਲ ਅੱਜ ਸਟੂਡੀਓ ਵਿੱਚ ਨੇ। ਪਿਛਲੇ ਵੀਕਐਂਡ 'ਤੇ ਤੁਸੀਂ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਦੇ ਵਿੱਚ ਹਾਜ਼ਰ ਸਾਓ ਜੀ, ਜਿੱਥੇ ਇਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਰ ਕਮਲਾਂ ਦੀ ਛੋਹ ਪ੍ਰਾਪਤ ਉਹਨਾਂ ਦੀ ਪਵਿੱਤਰ ਨਿਸ਼ਾਨੀ ਗੰਗਾ ਸਾਗਰ ਦੇ ਦਰਸ਼ਨ ਕਰਵਾਉਣ ਵਾਸਤੇ ਸਾਡੇ ਸ਼ਹਿਰ ਦੇ ਵਿੱਚ ਆਏ ਹੋਏ ਸਨ। ਸਾਡੇ ਆਪਣੇ ਭਾਈਚਾਰੇ ਵਿੱਚੋਂ ਸੇਖੋਂ ਸਾਹਿਬ ਪਾਵਲ ਸੇਖੋਂ ਜੀ ਇਹਨਾਂ ਨੂੰ ਇੱਥੇ ਲੈ ਕੇ ਆਏ, ਸਾਡੇ ਨਾਲ ਗੱਲਬਾਤ ਹੋਈ ਅਤੇ ਤੁਸੀਂ ਸਾਰਿਆਂ ਨੇ ਦਰਸ਼ਨ ਕੀਤੇ। ਅਤੇ ਅੱਜ ਅਸੀਂ ਬੇਨਤੀ ਕੀਤੀ ਹੈ ਰਾਏ ਅਜ਼ੀਜ਼ੁੱਲਾ ਖਾਨ ਜੀ ਨੂੰ। ਉਹਨਾਂ ਨੇ ਸਾਡੀ ਇਸ ਨਿਮਾਣੀ ਜੀ ਰਿਕੁਐਸਟ ਨੂੰ ਮੰਨਦਿਆਂ ਹੋਇਆਂ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ। ਸਾਡਾ ਬੜਾ ਮਾਣ ਹੋਇਆ ਹੈ। ਰਾਏ ਅਜ਼ੀਜ਼ੁੱਲਾ ਖਾਨ ਜੀ, ਤੁਹਾਡਾ ਬਹੁਤ ਸਵਾਗਤ ਜੀ ਆਇਆਂ ਨੂੰ ਜੀ। ਥੈਂਕ ਯੂ ਜੀ। ਸਲਾਮ, ਸਤਿ ਸ਼੍ਰੀ ਅਕਾਲ, ਨਮਸਕਾਰ ਸਾਰਿਆਂ ਨੂੰ ਜੀ। ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮੱਚ ਸਰ। ਅਸੀਂ ਥੋੜ੍ਹੀ ਜਿਹੀ ਜਾਣਕਾਰੀ ਉਸ ਦਿਨ ਆਪਾਂ ਗੱਲ ਕੀਤੀ ਟੈਲੀਫੋਨ 'ਤੇ, ਅਤੇ ਸਾਡੇ ਸੁਣਨ ਵਾਲਿਆਂ ਦੀ ਇਹ ਬੜੀ ਫਰਮਾਇਸ਼ ਸੀ ਕਿ ਥੋੜ੍ਹੀ ਜਿਹੀ ਵਿਸਥਾਰ 'ਚ ਗੱਲ ਹੋ ਜਾਵੇ, ਜ਼ਿਆਦਾ ਅਸੀਂ ਡਿਟੇਲ 'ਚ ਗੱਲ ਕਰ ਸਕੀਏ। ਸਾਨੂੰ ਆਪਣੇ ਫੈਮਿਲੀ ਬਾਰੇ ਦੱਸੋ ਜੀ, ਕਿਵੇਂ ਗੁਰੂ ਗੋਬਿੰਦ ਸਿੰਘ ਜੀ ਨਾਲ ਤੁਹਾਡੇ ਪਰਿਵਾਰ ਦੀ ਮੁਲਾਕਾਤ ਹੋਈ ਸੀ? ਇਹ ਜੀ ਜਿਹੜੀ ਗੰਗਾ ਸਾਗਰ ਹੈ ਇਹਦੀ ਸਭ ਤੋਂ ਪਹਿਲੀ ਗੱਲ ਤਾਂ ਹੈ ਕਿ ਇਹਦੀ ਮਹੱਤਤਾ ਔਰ ਮਹਾਨਤਾ ਇਹੀ ਸਭ ਤੋਂ ਬੜੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਮੁਬਾਰਕ ਹੱਥ ਇਹਨੂੰ ਲੱਗੇ ਹੋਏ ਨੇ। ਔਰ ਇੱਕ ਬਹੁਤ ਹੀ ਭਿਆਨਕ ਸਮਾਂ ਸੀ ਔਰੰਗਜ਼ੇਬ ਦਾ ਰਾਜ ਜਦੋਂ ਚਾਰੋਂ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਹੋਈਆਂ ਔਰ ਮਾਤਾ ਗੁਜਰੀ ਜੀ ਅਕਾਲ ਚਲਾਣਾ ਕਰਕੇ ਐਨ ਉਹਨਾਂ ਦਿਨਾਂ ਦੇ ਵਿੱਚ ਰਾਏ ਕੱਲਾ ਜੀ ਨੇ ਬੜੀ ਜੁਰਤ ਦਾ ਕਦਮ ਚੱਕਿਆ। ਨੇਕ ਕਦਮ ਸੀ, ਮੈਂ ਕਹਿੰਦਾ, ਗੁਰੂ ਸਾਹਿਬ ਦੀ ਸੇਵਾ ਕਰਨ ਦਾ। ਉਹ ਚੱਕਿਆ। ਉਸ ਤੋਂ ਪ੍ਰਸੰਨ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮੁਬਾਰਕ ਹੱਥਾਂ ਨਾਲ ਇਹ ਨਿਸ਼ਾਨੀ ਬਖਸ਼ੀ। ਅਤੇ ਜਿਹੜਾ ਤੁਹਾਡਾ ਪਰਿਵਾਰ ਸੀ, ਜਿਵੇਂ ਤੁਸੀਂ ਦੱਸਿਆ ਰਾਏਕੋਟ ਰਹਿੰਦੇ ਸਨ, ਅਤੇ ਗੁਰੂ ਜੀ ਉੱਥੋਂ ਆਏ ਮਾਛੀਵਾੜਾ ਤੋਂ ਹੁੰਦੇ ਹੋਏ ਪਹੁੰਚੇ ਸੀ ਜੀ। ਗੁਰੂ ਸਾਹਿਬ ਨੇ ਜਦੋਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਜੀ, ਅਤੇ ਉਸ ਤੋਂ ਬਾਅਦ ਫਿਰ ਸਰਸਾ ਨਦੀ 'ਤੇ ਸਾਰਾ ਪਰਿਵਾਰ ਵਿਛੜ ਗਿਆ ਜੀ। ਮਾਤਾ ਜੀ ਵੀ, ਬੱਚੇ ਵੀ ਸਾਰੇ। ਅਤੇ ਚਮਕੌਰ ਦੀ ਗੜੀ ਵਿੱਚ ਬਾਬਾ ਅਜੀਤ ਜੁਝਾਰ ਸਿੰਘ ਜੀ ਸ਼ਹੀਦ ਹੋ ਗਏ ਜੀ। ਫਿਰ ਬਹੁਤ ਹੀ ਮੁਸ਼ਕਿਲ ਟਾਈਮ ਸੀ। ਉਸ ਵੇਲੇ ਮਾਛੀਵਾੜੇ ਗਏ ਗੁਰੂ ਗੋਬਿੰਦ ਸਿੰਘ ਜੀ। ਉੱਥੇ ਦੋ ਮੁਸਲਮਾਨਾਂ ਨੇ, ਨਬੀ ਖਾਂ ਔਰ ਗਨੀ ਖਾਂ, ਘੋੜਿਆਂ ਦੇ ਸੁਦਾਗਰ ਸੀ ਜੀ, ਅਤੇ ਉਹਨਾਂ ਨੇ ਬਹੁਤ ਸ਼ਰਧਾ ਨਾਲ ਉਹਨਾਂ ਦਾ ਸਤਿਕਾਰ ਕੀਤਾ। ਔਰ ਉਹਨਾਂ ਨੂੰ, ਕਿਉਂਕਿ ਸਾਰੇ ਇਲਾਕੇ ਨੂੰ ਘੇਰਿਆ ਹੋਇਆ ਸੀ ਔਰੰਗਜ਼ੇਬ ਦੇ ਜਿਹੜਾ ਗਵਰਨਰ, ਉਹਦੇ ਅਹਿਲਕਾਰਾਂ ਨੇ ਜੀ, ਅਤੇ ਉਸ ਵੇਲੇ ਬਹੁਤ ਖਤਰਾ ਸੀ ਹਰ ਪਾਸਿਓਂ। ਅਤੇ ਉਹਨਾਂ ਨੇ ਇੱਕ ਮੁਸਲਮਾਨ ਪੀਰ, ਉਚਦਾ ਪੀਰ ਬਣਾਇਆ ਜੀ ਗੁਰੂ ਸਾਹਿਬ ਨੂੰ, ਔਰ ਆਪਣੇ ਮੋਢਿਆਂ 'ਤੇ ਪਲੰਗ ਚੱਕ ਕੇ ਆਪ ਅੱਗੇ ਲੱਗ ਕੇ ਨਬੀ ਖਾਂ ਗਨੀ ਖਾਂ ਨੇ ਨਾਲ ਸਿੰਘਾਂ ਨੇ, ਅਤੇ ਉੱਥੋਂ ਉਹ ਹੱਦਾਂ ਪਾਰ ਕਰਾਈਆਂ ਮਾਛੀਵਾੜੇ ਦੀਆਂ। ਉਹ ਅੱਗੇ ਫਿਰ ਹੇਰਾਂ ਵਰਗੇ ਅਸਥਾਨ ਵੀ ਆਏ, ਜਿੱਥੇ ਦੇ ਮਹੰਤ ਕਿਰਪਾਲ ਦਾਸ ਨੇ ਬੜੀ ਦਲੇਰੀ ਨਾਲ ਸਾਥ ਦਿੱਤਾ ਸੀ ਗੁਰੂ ਸਾਹਿਬ ਦਾ ਭੰਗਾਣੀ ਦੇ ਯੁੱਧ ਵਿੱਚ ਜੀ। ਉਹਨਾਂ ਦੇ ਜਦੋਂ ਡੇਰੇ 'ਤੇ ਪਹੁੰਚੇ ਅਤੇ ਉੱਥੇ ਦੇ ਸੇਵਾਦਾਰ ਹਕੂਮਤ ਤੋਂ ਡਰ ਗਏ। ਉਹਨਾਂ ਨੇ ਹੱਥ ਜੋੜ ਦਿੱਤੇ, ਗੁਰੂ ਸਾਹਿਬ ਨੂੰ ਨਿਵਾਸ ਨਹੀਂ ਸੀ ਦਿੱਤਾ। ਇਟ ਵਾਜ਼ ਸੱਚ ਅ ਡਿਫੀਕਲਟ ਟਾਈਮ। ਉੱਥੋਂ ਅੱਗੇ ਫਿਰ ਰਾਏਕੋਟ ਆਏ। ਰਾਏਕੋਟ ਛੋਟੀ ਜਿਹੀ ਰਿਆਸਤ ਸੀ 1360 ਪਿੰਡਾਂ ਦੀ,
ਰਾਏ ਕੱਲਾ ਜੀ ਉਹਨਾਂ ਦੇ ਆਗੂ ਸੀ, ਹਾਕਮ ਸੀ ਉਸ ਵੇਲੇ। ਅਤੇ ਉੱਥੇ ਜਦੋਂ ਗੁਰੂ ਸਾਹਿਬ ਤਸ਼ਰੀਫ ਲਿਆਏ ਰਾਏਕੋਟ ਤੋਂ ਬਾਹਰ, ਉੱਥੇ ਉਹਨਾਂ ਨੂੰ ਰਾਏ ਕੱਲਾ ਜੀ ਦਾ ਨੌਕਰ ਮਿਲਿਆ ਨੂਰਾ ਮਾਹੀ, ਮੱਝਾਂ ਚਾਰਦਾ ਹੋਇਆ। ਅਤੇ ਗੁਰੂ ਸਾਹਿਬ ਨੇ ਉਹਦੇ ਕੋਲੋਂ ਉਹਨੂੰ ਕਿਹਾ ਦੁੱਧ ਸਾਨੂੰ ਛਕਾ ਦੇ। ਅਤੇ ਉਹ ਕਹਿੰਦਾ ਜੀ ਕਿ ਮੈਂ ਚੋ ਕੇ ਆਇਆ ਘਰੋਂ, ਹੁਣ ਦੁੱਧ ਨਹੀਂ ਇਹਨਾਂ ਚਾਹੁੰਦੇ ਦੇਣਾ ਕਿਸੇ ਨੇ। ਅਤੇ ਗੁਰੂ ਸਾਹਿਬ ਨੇ ਕਿਹਾ ਕਿ ਤੂੰ ਇੱਕ ਝੋਟੀ ਵੱਲ ਇਸ਼ਾਰਾ ਕੀਤਾ ਕਿ ਤੂੰ ਰੱਬ ਦਾ ਨਾਂ ਲੈ ਕੇ ਥਾਪੀ ਦੇ। ਅਤੇ ਉਹਨਾਂ ਦੀ ਗੱਲ ਸੁਣ ਕੇ ਨੂਰਾ ਹੈਰਾਨ ਹੋਇਆ ਅਤੇ ਕਹਿਣ ਲੱਗਿਆ ਜੀ ਮੇਰੇ ਕੋਲ ਬਰਤਨ ਹੈ ਨਹੀਂ ਕੋਈ ਵੀ। ਅੱਛਾ। ਅਤੇ ਇਹ ਗੰਗਾ ਸਾਗਰ ਗੁਰੂ ਸਾਹਿਬ ਦੇ ਕੋਲ ਸੀ ਜਦੋਂ ਰਾਏਕੋਟ ਦੀ ਧਰਤੀ 'ਤੇ ਤਸ਼ਰੀਫ ਲਿਆਏ। ਇਹ ਉਹਨਾਂ ਨੇ ਫਿਰ ਨੂਰੇ ਵੱਲ ਨੂੰ ਵਧਾਇਆ ਵੀ ਇਹਦੇ ਚੋ ਕੇ ਲਿਆ। ਅਤੇ ਜਦੋਂ ਉਹਨੇ ਥਾਪੀ ਦਿੱਤੀ ਝੋਟੀ ਨੂੰ, ਉਹਨੇ ਦੁੱਧ ਲਾ ਲਿਆ ਅਤੇ ਇਹਦੇ ਵਿੱਚ ਉਹਨੇ ਫਿਰ ਦੁੱਧ ਚੋ ਕੇ ਗੁਰੂ ਸਾਹਿਬ ਨੂੰ ਛਕਾਇਆ ਔਰ ਸੰਗੀਆਂ ਨੂੰ। ਅਤੇ ਫਿਰ ਦੌੜਿਆ ਗਿਆ ਆਪਣੇ ਮਾਲਕ ਰਾਏ ਕੱਲਾ ਜੀ ਨੂੰ ਦੱਸਣ ਸ਼ਹਿਰ ਵਿੱਚ ਕਿ ਕੋਈ ਨੇਕ ਰੱਬ ਦਾ ਬੰਦਾ, ਪਿਆਰਾ ਬੰਦਾ ਇੱਥੇ ਆਇਆ, ਤੁਸੀਂ ਮਿਲੋ। ਅਤੇ ਰਾਏ ਕੱਲਾ ਜੀ ਫਿਰ ਫੌਰੀ ਗੁਰੂ ਸਾਹਿਬ ਦੀ ਸੇਵਾ ਵਿੱਚ ਹਾਜ਼ਰ ਹੋਏ, ਉਹਨਾਂ ਨੂੰ ਪਛਾਣਿਆ ਔਰ ਬਹੁਤ ਹੀ ਸਤਿਕਾਰ ਨਾਲ ਫਿਰ ਸੇਵਾ ਪੁੱਛੀ ਸੀ। ਉਸ ਵੇਲੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਸਾਡੇ ਮਾਤਾ ਜੀ ਉਹ ਛੋਟੇ ਸਾਹਿਬਜ਼ਾਦੇ ਵਿਛੜ ਗਏ, ਉਹਨਾਂ ਦਾ ਪਤਾ ਕਰਵਾ ਦਿਓ, ਸਰਹੰਦ ਬੰਦਾ, ਪਰ ਭੇਜਿਓ ਕੋਈ ਭਰੋਸੇ ਵਾਲਾ ਬੰਦਾ। ਬਿਕੋਜ਼ ਉਸ ਵੇਲੇ ਇਟ ਵਾਜ਼ ਸੱਚ ਅ ਡਿਫੀਕਲਟ ਟਾਈਮ, ਗੁਰੂ ਸਾਹਿਬ ਦਾ ਨਾਮ ਲੈਣਾ ਵੀ ਇੱਕ ਜੁਰਮ ਬਣ ਗਿਆ। ਬਿਲਕੁਲ ਠੀਕ ਹੈ ਜੀ। ਅਤੇ ਨੂਰਾ ਮਾਹੀ ਫਿਰ ਉਹਨਾਂ ਨੇ ਰਾਏ ਸਾਹਿਬ ਨੇ, ਰਾਏ ਕੱਲਾ ਜੀ ਨੇ ਭੇਜਿਆ। ਉਹਦੀ ਭੈਣ ਉੱਥੇ ਵਿਆਹੀ ਹੋਈ ਸੀ ਸਰਹੰਦ 'ਚ, ਕਿਉਂਕਿ ਕੋਈ ਬਹਾਨਾ ਸੀ, ਕੋਈ ਆਪਣਾ ਪੱਜ ਸੀ ਜਾਣ ਦਾ। ਉਹ ਫਿਰ ਉੱਥੋਂ ਦ ਮੋਸਟ ਟ੍ਰੈਜਿਕ ਨਿਊਜ਼ ਆਫ ਗੁਰੂ ਸਾਹਿਬ's ਲਾਈਫ, ਬਹੁਤ ਹੀ ਦਰਦਨਾਕ ਖਬਰ ਉਹ ਲੈ ਕੇ ਆਇਆ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ, ਕਿ ਨੀਹਾਂ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਅਤੇ ਮਾਤਾ ਗੁਜਰੀ ਜੀ ਵੀ ਅਕਾਲ ਚਲਾਣਾ ਕਰ ਗਏ। ਇਹ ਖਬਰ ਉੱਥੇ ਉਹਨੇ ਨੂਰੇ ਨੇ ਲਿਆ ਕੇ ਦਿੱਤੀ। ਜਦੋਂ ਖਬਰ ਉਹ ਸੁਣਾ ਰਿਹਾ ਸੀ ਅਤੇ ਰਾਏ ਕੱਲਾ ਜੀ ਵੀ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਸੀ ਗੁਰੂ ਗੋਬਿੰਦ ਸਿੰਘ ਜੀ ਦੇ। ਅਤੇ ਗੁਰੂ ਸਾਹਿਬ ਨੇ ਨੀਵੀਂ ਪਾਈ ਸੀ ਅਤੇ ਤੀਰ ਦੀ ਨੋਕ ਨਾਲ ਇੱਕ ਜੜ੍ਹ ਫੋਲਦੇ ਸੀ ਇੱਕ ਬੂਟੇ ਦੀ। ਜਦੋਂ ਮਾਸੂਮ ਬੱਚਿਆਂ ਦੀ ਸ਼ਹੀਦੀ ਦੀ ਖਬਰ ਉਹਨਾਂ ਨੇ ਸੁਣੀ ਅਤੇ ਉਹਨਾਂ ਨੇ ਉਹਨਾਂ ਦਾ ਬਹੁਤ ਹੀ ਮਸ਼ਹੂਰ ਬਚਨ ਹੈ ਕਿ ਜ਼ਾਲਿਮ ਤੁਰਕਾਂ ਦਾ ਰਾਜ ਹੁਣ ਪੱਟਿਆ ਗਿਆ। ਅਤੇ ਰਾਏ ਕੱਲਾ ਜੀ ਵੱਲ ਉਹਨਾਂ ਨੇ ਦੇਖਿਆ। ਰਾਏ ਕੱਲਾ ਜੀ ਵੀ ਉਸ ਵੇਲੇ ਪਰੇਸ਼ਾਨ ਵੀ ਹੋਏ ਅਤੇ ਉਹਨਾਂ ਨੇ ਕਿਹਾ ਕਿ ਰਾਏ ਸਾਹਿਬ ਨਹੀਂ, ਤੁਸੀਂ ਗੁਰੂ ਨਾਨਕ ਜੀ ਦੇ ਪੰਥ ਦੇ ਸੇਵਕ ਹੋ, ਤੁਹਾਨੂੰ ਤੱਤੀ ਹਵਾ ਨਹੀਂ ਲੱਗੂਗੀ। ਸੋ ਉਹਨਾਂ ਦੀ ਸਾਡਾ ਅਸੀਂ ਰਾਏ ਕੱਲਾ ਜੀ ਦਾ ਜਦੋਂ ਨਾਮ ਲੈਂਦੇ ਹਾਂ, ਸਾਡਾ ਫਖਰ ਨਾਲ ਸਿਰ ਉੱਚਾ ਹੋ ਜਾਂਦਾ, ਕਿਉਂਕਿ ਉਸ ਵੇਲੇ ਨੇ ਉਹਨਾਂ ਨੇ ਕਿਸੇ ਗੱਲ ਨੂੰ ਵੀ ਵਿੱਚ ਨਹੀਂ ਆਉਣ ਦਿੱਤਾ। ਧਰਮ ਦੀਆਂ ਲਕੀਰਾਂ ਜੋ ਸੋਚਾਂ ਅੱਜ ਅਸੀਂ ਕਈ ਪਾਸੇ ਕੱਟੜਪੰਥੀ ਸੋਚਦੇ ਆ, ਉਹ ਗੱਲਾਂ ਕਤਨ ਉਹਨਾਂ ਨੇ ਵਿੱਚ ਨਹੀਂ ਆਉਣ ਦਿੱਤੀਆਂ। ਗੁਰੂ ਸਾਹਿਬ ਨੂੰ ਮੁੱਖ ਰੱਖਿਆ ਔਰ ਜਿਹੜਾ ਜ਼ੁਲਮ ਹੋ ਰਿਹਾ ਸੀ, ਜਿਹੜਾ ਬੇਇਨਸਾਫੀ ਔਰ ਧੱਕਾ ਜਬਰ ਹੋ ਰਿਹਾ ਸੀ, ਉਹਦੇ ਖਿਲਾਫ ਉਹਨੇ ਇੱਕ ਕਦਮ ਚੱਕਿਆ। ਸਾਨੂੰ ਇਹਨਾਂ 'ਤੇ ਫਖਰ ਹੈ। ਔਰ ਜਿਸ ਤੋਂ ਪ੍ਰਸੰਨ ਹੋ ਕੇ ਗੁਰੂ ਸਾਹਿਬ ਨੇ ਰਾਏਕੋਟ ਦੀ ਧਰਤੀ ਤੋਂ ਜਾਣ ਲੱਗੇ ਆਪਣੇ ਮੁਬਾਰਕ ਹੱਥਾਂ ਨਾਲ 3 ਚੀਜ਼ਾਂ ਬਖਸ਼ੀਆਂ ਜੀ। ਇੱਕ ਗੰਗਾ ਸਾਗਰ, ਇੱਕ ਰਹਿਲ ਸੀ ਲੱਕੜੀ ਦਾ ਸਟੈਂਡ ਹੁੰਦਾ, ਅਸੀਂ ਕੁਰਾਨ ਸ਼ਰੀਫ ਉਹਦੇ 'ਤੇ ਰੱਖ ਕੇ ਪੜ੍ਹਦੇ ਹਾਂ। ਸਿੱਖ ਧਰਮ 'ਚ, ਦੂਸਰੇ ਧਰਮਾਂ 'ਚ ਪੋਥੀ ਉਹਦੇ 'ਤੇ ਰੱਖ ਕੇ ਪੜ੍ਹੀ ਜਾਂਦੀ ਹੈ। ਇੱਕ ਸ੍ਰੀ ਸਾਹਿਬ ਸੀ ਛੋਟੀ ਜਿਹੀ ਜੀ। ਅਤੇ ਜਿਹੜੀ ਰੇਲ ਹੈ ਉਹ ਤਾਂ ਇੰਨਾ ਚਿਰ ਸੁਰੱਖਿਅਤ ਨਾ ਰਹੀ, ਅੱਜ ਘੁਣ ਲੱਗ ਜਾਂਦਾ ਚੀਜ਼ਾਂ ਨੂੰ ਸੰਭਾਲਣ ਦੇ। ਹੁਣ ਤਾਂ ਢੰਗ ਹੈਗੇ, ਪਹਿਲੇ ਮੁਸ਼ਕਿਲ ਹੁੰਦਾ ਸੀ। ਅਤੇ ਜਿਹੜੀ ਸ੍ਰੀ ਸਾਹਿਬ ਸੀ ਉਹ ਅੰਗਰੇਜ਼ਾਂ ਨੇ ਆਪਣੀ ਹਕੂਮਤ ਦੇ ਜ਼ੋਰ 'ਤੇ 1854 ਵਿੱਚ ਸਾਡੇ ਬਜ਼ੁਰਗਾਂ ਕੋਲੋਂ ਜ਼ਬਰਦਸਤੀ ਲੈ ਲਈ। ਅੱਛਾ। ਹਾਂ, ਕਿਉਂਕਿ ਉਹਨਾਂ ਨੇ ਵੀ, ਜਿਵੇਂ ਤੁਹਾਨੂੰ ਪਤਾ ਹੈ ਕਿ ਅੱਜ ਮਿਊਜ਼ੀਅਮ ਭਰੇ ਹੋਏ ਨੇ ਸਾਰੀ ਦੁਨੀਆ 'ਚੋਂ ਚੀਜ਼ਾਂ। ਕੋਹ ਨੂਰ ਵੀ ਉਹਦੀ ਬੜੀ ਵੱਡੀ ਮਿਸਾਲ ਹੈ। ਅਤੇ ਇਸ 'ਤੇ ਲੇਕਿਨ ਸ਼ੁਕਰ ਹੈ ਕਿ ਗੁਰੂ ਸਾਹਿਬ ਦੀ ਸ਼ੋਅ ਪ੍ਰਾਪਤ ਬਖਸ਼ਿਸ਼ ਇਹ ਤੁਹਾਡੇ ਪਰਿਵਾਰ ਕੋਲ ਸਾਡੇ ਕੋਲ ਉਹ 318 ਸਾਲਾਂ 'ਚ ਹੋ ਗਏ ਨੇ। ਅਸੀਂ ਸ਼ੁਕਰ ਹੈ ਰੱਬ ਦਾ ਕਿ ਸਾਂਭ ਕੇ ਰੱਖੀ ਹੈ, ਕਿਉਂਕਿ ਮੇਰਾ ਇਹ ਫੇਥ ਹੈ ਕਿ ਜਦ ਤੱਕ ਰਿਸਪੈਕਟ ਨਾ ਹੋਵੇ ਕਿਸੇ ਚੀਜ਼ ਦੀ, ਸਤਿਕਾਰ ਨਾ ਹੋਵੇ, ਇੰਨਾ ਚਿਰ ਤੁਸੀਂ ਕੋਈ ਚੀਜ਼ ਸੰਭਾਲ ਨਹੀਂ ਸਕਦੇ। ਐਂਡ ਵੀ ਫੀਲ ਲੱਕੀ ਕਿ ਅੱਲਾ ਦਾ ਬਹੁਤ ਸ਼ੁਕਰ ਹੈ ਕਿ ਅਸੀਂ ਇਹਨੂੰ ਸੋਹਣੇ ਢੰਗ ਨਾਲ ਰੱਖਣ ਦੀ ਕੋਸ਼ਿਸ਼ ਕੀਤੀ। ਕਦੇ ਕਦੇ ਸਾਨੂੰ ਖਬਰਾਂ ਮਿਲਦੀਆਂ ਨੇ ਕਿ ਦੂਸਰੇ ਮਜ਼ਹਬ ਦੇ ਨਾਲ ਸਾਡਾ ਇਤਫਾਕ ਘੱਟ ਹੁੰਦਾ ਕਈ ਵਾਰੀ, ਅਤੇ ਤੁਹਾਡੇ ਕੋਲ ਸਿੱਖਾਂ ਦੇ ਗੁਰੂ ਦੀ ਇੱਕ ਬਖਸ਼ਿਸ਼ ਸੀਗੀ ਜਿਹਨੂੰ ਤੁਸੀਂ, ਤੁਹਾਡੇ ਪਰਿਵਾਰ ਨੇ, ਤੁਸੀਂ ਦੱਸਿਆ ਕਿ 9ਵੀਂ ਜਨਰੇਸ਼ਨ ਹੈਗੀ ਹੈ ਤੁਹਾਡੀ ਹੁਣ। ਉਸ ਤੋਂ ਬਾਅਦ 300 ਸਾਲ ਤੋਂ ਜ਼ਿਆਦਾ, 318 ਸਾਲ ਹੋ ਗਏ ਨੇ ਤੁਹਾਡੇ ਕੋਲ। ਕਦੇ ਕੋਈ ਕਿਸੇ ਤਰ੍ਹਾਂ ਦੀ ਆਪੋਜੀਸ਼ਨ, ਕਦੇ ਕੋਈ ਵਿਰੋਧ ਹੋਇਆ ਹੋਵੇ, ਕੋਈ ਕਦੇ ਇਸ ਤਰ੍ਹਾਂ ਦਾ ਤੁਹਾਨੂੰ ਕਦੇ ਸਾਹਮਣਾ ਕਰਨਾ ਪਿਆ ਜੀ? ਕਿ ਸਿਰਫ ਮੀਡੀਆ ਦੀ ਪੈਦਾਵਾਰ? ਮੈਨੂੰ ਜ਼ਾਤੀ ਤੌਰ 'ਤੇ ਐਸੀ ਕੋਈ ਗੱਲ ਨਹੀਂ ਕਦੀ ਮੈਂ ਹੋਈ ਮੇਰੇ ਨਾਲ। ਇਹ ਜ਼ਰੂਰ ਹੈ ਕਿ ਹਰ ਧਰਮ ਦੇ ਵਿੱਚ ਨਾ ਜੀ ਕੁਝ ਬੜੀ ਸਮੋਲ ਪਰਸੈਂਟੇਜ ਹੁੰਦੀ ਜਿਹੜੀ ਕੱਟੜਪੰਥੀ ਹੁੰਦੀ ਹੈ, ਐਕਸਟ੍ਰੀਮਿਸਟ ਜ਼ਹਨ ਹੁੰਦੇ ਹੈ, ਸੋਚ ਉਹੋ ਜਿਹੀ ਹੁੰਦੀ ਹੈ।
ਲੇਕਿਨ ਮੇਰਾ ਤਾਂ ਈਮਾਨ ਹੈ ਕਿ ਇੱਕ ਜਿਹੜਾ ਅੱਛਾ ਇਨਸਾਨ ਹੈ ਕਿਸੇ ਧਰਮ ਦਾ ਵੀ ਹੈ, ਉਹ ਕਿਸੇ ਨੇਕ ਕਦਮ ਨੂੰ, ਨੇਕ ਗੱਲ ਨੂੰ ਹਮੇਸ਼ਾ ਉਹ ਕਦਰ ਦੀ ਨਜ਼ਰ ਨਾਲ ਦੇਖਦਾ ਔਰ ਉਹਨੂੰ ਐਪਰੀਸ਼ੀਏਟ ਕਰਦਾ। ਇਸ ਲਈ ਅਸੀਂ 300 ਸਾਲ ਰਹਿ ਕੇ ਗਏ ਹਾਂ ਰਾਏਕੋਟ ਦੇ ਵਿੱਚ। ਇਹ ਸਾਡੇ ਬਜ਼ੁਰਗਾਂ ਨੇ ਆਬਾਦ ਕੀਤਾ ਸੀ 1648 ਵਿੱਚ। ਵਾਹ। ਅਤੇ ਅਸੀਂ 250 ਸਾਲ ਗੰਗਾ ਸਾਗਰ ਰਾਏਕੋਟ 'ਚ ਰਿਹਾ। 250 ਸਾਲ ਗੰਗਾ ਸਾਗਰ। ਅਤੇ ਫਿਰ 47 'ਚ ਮੇਰੇ ਬਾਬਾ ਜੀ ਔਰ ਮੇਰੇ ਫਾਦਰ ਉੱਥੋਂ 47 ਚੋਂ ਪਾਕਿਸਤਾਨ ਗਏ। ਖਾਨ ਬਹਾਦਰ ਰਾਏ ਅਨਾਇਤ ਖਾਨ ਮੇਰੇ ਬਾਬਾ ਜੀ ਦਾ ਨਾਂ ਸੀ। ਹੀ ਵਾਜ਼ ਦਾ ਲਾਸਟ ਹੈਡ ਆਫ ਦਾ ਫੈਮਿਲੀ, ਆਗੂ ਸੀ। ਉਹ ਆਨਰਰੀ ਮੈਜਿਸਟ੍ਰੇਟ ਵੀ ਸੀਗੇ ਤਹਿਸੀਲ ਜਗਰਾਵਾਂ ਦੇ। ਹੁਣ 2 ਤਹਿਸੀਲਾਂ ਬਣ ਗਈਆਂ, ਜਗਰਾਵਾਂ ਵੱਖਰੀ ਅਤੇ ਰਾਏਕੋਟ ਵੱਖਰੀ। ਸਾਰੀ ਤਹਿਸੀਲ ਦੇ ਸਬ ਰਜਿਸਟਰਾਰ ਸੀ, ਆਨਰਰੀ ਮੈਜਿਸਟ੍ਰੇਟ ਸੀ। ਫਿਰ ਹਰ ਸਾਲ ਨਾ ਜੀ 19-20-21 ਪੋਹ ਮਨਾਉਂਦੀ ਸੀ ਸੰਗਤ ਗੁਰੂ ਸਾਹਿਬ ਦਾ ਆਉਣਾ ਰਾਏਕੋਟ। ਅੱਛਾ ਜੀ, ਅੱਛਾ ਜੀ। ਅਤੇ ਉੱਥੇ ਗੁਰਦੁਆਰਾ ਟਾਹਲੀਆਣਾ ਸਾਹਿਬ ਬਣਿਆ ਹੋਇਆ ਬਹੁਤ, ਜਿੱਥੇ ਉਹਨਾਂ ਦੇ ਚਰਮ ਪਏ ਸੀ ਗੁਰੂ ਸਾਹਿਬ ਦੇ। ਬਹੁਤ ਆਲੀਸ਼ਾਨ ਹੈ। ਉੱਥੇ ਸੰਗਤ ਇਕੱਠੀ, ਦੀਵਾਨ ਬਹੁਤ ਵੱਡੇ ਸਜਦੇ ਅੱਜ ਵੀ। ਲੇਕਿਨ ਉਹਦਾ ਇੱਕ ਬਹੁਤ ਅਹਿਮ ਇੱਕ ਹਿੱਸਾ ਹੁੰਦਾ ਸੀ ਕਿ ਨਗਰ ਕੀਰਤਨ ਸ਼ਹਿਰ ਵਿੱਚ ਆਉਣਾ ਔਰ ਫਿਰ ਸਾਡੀਆਂ ਹਵੇਲੀਆਂ 'ਚ ਆ ਕੇ ਗੰਗਾ ਸਾਗਰ ਦੇ ਦਰਸ਼ਨ ਕਰਦੀ ਹੁੰਦੀ ਸੀ ਸੰਗਤ। ਮੇਰੇ ਬਾਬਾ ਜੀ ਦਰਸ਼ਨ ਕਰਾਉਂਦੇ ਹੁੰਦੇ ਸੀ। ਦਿਸ ਇਜ਼ ਕੰਟੀਨਿਊਡ ਟਿਲ 1947 ਜੀ। ਅਤੇ ਤੁਹਾਡੇ ਫਿਰ ਤੁਸੀਂ ਜਿਵੇਂ ਦੱਸਿਆ ਵੀ ਪਹਿਲਾਂ ਅਸੀਂ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਪੇਰੈਂਟਸ ਦੇ, ਤੁਹਾਡੇ ਮਾਤਾ ਜੀ ਦੇ ਸਾਰੇ ਰਿਸ਼ਤੇਦਾਰ ਇਸੇ ਪਾਸੇ ਸਨ? ਹਾਂਜੀ, ਮੇਰੇ ਦਾਦਕੇ ਸਾਰੇ ਆਪਣਾ ਰਾਏਕੋਟ ਲੁਧਿਆਣਾ ਜ਼ਿਲ੍ਹਾ ਸੀ। ਮੇਰੀ ਮਦਰ ਜਲੰਧਰ ਦੇ ਸੀ ਜੀ। ਉਹ ਪਿੰਡ ਤਲਵਣ ਹੈ, ਨੂਰ ਮਹਿਲ ਤੋਂ ਅੱਗੇ। ਬਿਲਗਾ ਵੀ ਨੇੜੇ ਹੈ, ਪੁਆਧੜਾ ਵੀ, ਉਪਲਾਂ ਵੀ। ਮੇਰੀ ਮਦਰ ਉੱਥੇ ਦੇ, ਮੇਰੀ ਦਾਦੀ ਵੀ ਉੱਥੇ ਤਲਵਣ ਦੇ ਸੀ। ਅਤੇ ਮੇਰੇ ਫਿਰ ਨਾਨੀ ਜੀ ਜਿਹੜੇ ਮੇਰੇ ਸੀ ਉਹ ਹੁਸ਼ਿਆਰਪੁਰ ਦੇ ਸੀ, ਹਰਿਆਣੇ ਭੁੰਗੇ ਦੇ। ਵਾਹ। ਅਤੇ ਅੱਗੇ ਉਹਨਾਂ ਦੇ ਰਿਸ਼ਤੇਦਾਰੀਆਂ ਬਹੁਤ ਕਰੀਬੀ ਸੀ, ਸ਼ਾਮ 84 ਵਿੱਚ, ਗੜ੍ਹਸ਼ੰਕਰ ਵਿੱਚ। ਅਤੇ ਸਾਰੇ ਪੰਜਾਬ ਦੇ ਵਿੱਚ ਸਾਡੇ ਰੂਟ ਸੀ। ਅਤੇ ਜਿਹੜਾ ਜਗਰਾਵਾਂ ਹੈ, ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਇਹ ਵੀ ਰਾਏ ਕੱਲਾ ਜੀ ਨੇ ਜਿਨ੍ਹਾਂ ਨੇ ਸੇਵਾ ਕੀਤੀ ਗੁਰੂ ਸਾਹਿਬ ਦੀ, ਇਹਨਾਂ ਦੇ ਪਿਤਾ ਰਾਏ ਕਮਾਲੁਦੀਨ ਨੇ ਆਬਾਦ ਕੀਤਾ 1680 ਵਿੱਚ। ਅੱਛਾ ਜੀ। ਹਾਂਜੀ। ਔਰ ਇਸ ਤੋਂ ਪਹਿਲੇ 1478 ਵਿੱਚ ਤਲਵੰਡੀ ਰਾਏ ਆਬਾਦ ਕੀਤਾ ਸਾਡੇ ਬਜ਼ੁਰਗਾਂ ਨੇ। ਉਸ ਤੋਂ ਪਹਿਲੇ 1323 ਚੱਕਰ ਪਿੰਡ ਆਬਾਦ ਕੀਤਾ ਸਾਡੇ ਪਹਿਲੇ ਬਜ਼ੁਰਗ ਜਿਹੜੇ ਮੁਸਲਮਾਨ ਹੋਏ ਹਿੰਦੂਆਂ। ਰਾਏ ਤੁਲਸੀ ਦਾਸ ਉਹਨਾਂ ਦਾ ਨਾਮ ਸੀ ਸਾਡੇ ਬਜ਼ੁਰਗਾਂ ਦਾ। ਉਹ 1323 'ਚ ਮੁਸਲਮਾਨ ਹੋਏ। ਉਹਨਾਂ ਨੇ ਚੱਕਰ ਪਿੰਡ ਦੀ ਬੁਨਿਆਦ ਰੱਖੀ ਸੀ। ਰਾਈਟ। ਇਹ ਸਾਰਾ ਪਿਛੋਕੜ ਉਸ ਇਲਾਕੇ ਦਾ ਹੈ ਕਿ ਰੱਬ ਦਾ ਸ਼ੁਕਰ ਹੈ, ਰੱਬ ਨੇ ਬੜੀ ਇੱਜ਼ਤ ਬਖਸ਼ੀ ਸੀ। ਅਤੇ ਤੁਸੀਂ ਇਹਨਾਂ ਪਿੰਡਾਂ ਵਿੱਚ ਗਏ ਹੋ ਜਿਹੜੇ ਤੁਹਾਡੇ ਪੇਰੈਂਟਸ ਨਾਲ ਸੰਬੰਧਿਤ ਰਹੇ ਜੀ, ਉਹਨਾਂ ਨਾਲ ਜੁੜੇ ਸੀ? ਜੀ, ਮੈਨੂੰ ਰੱਬ ਨੇ ਮੌਕਾ ਦਿੱਤਾ। ਮੇਰੀ ਬਹੁਤ ਬਚਪਨ ਤੋਂ ਖੁਆਇਸ਼ ਸੀ ਜੀ। ਰਾਏਕੋਟ ਮੈਂ ਗਿਆ ਔਰ ਤਲਵਣ ਵੀ ਗਿਆ, ਹਰਿਆਣੇ ਭੁੰਗੇ, ਅਤੇ ਫਿਰ ਅੱਗੇ ਸ਼ਾਮ 84 ਔਰ ਗੜ੍ਹਸ਼ੰਕਰ ਹਲੇ ਨਹੀਂ ਜਾ ਸਕਿਆ। ਉਹ ਮੈਂ ਜ਼ਰੂਰ, ਮੇਰੇ ਮਨ 'ਚ ਹੈ ਕਿ ਮੈਂ ਉੱਧਰ ਵੀ ਜਾਵਾਂ ਜੀ। ਅਤੇ ਇੱਧਰ ਫਿਰ ਅਸੀਂ 47 ਜਦੋਂ ਆਏ ਹਾਂ, ਮੇਰੇ ਬਜ਼ੁਰਗ, ਮੈਂ ਬਹੁਤ ਛੋਟਾ ਜਿਹਾ ਸੀ, ਮੇਰੇ ਬਾਬਾ ਜੀ ਫੌਤ ਹੋ ਗਏ, 1.5 ਸਾਲ ਦਾ ਸੀ ਮੈਂ। ਜਿਹੜੀਆਂ 9 ਪੀੜ੍ਹੀਆਂ ਗੁਜ਼ਰੀਆਂ ਗੁਰੂ ਸਾਹਿਬ ਤੋਂ ਬਾਅਦ, ਮੇਰੀ 9ਵੀਂ ਪੀੜ੍ਹੀ ਹੈ। 8 ਪੀੜ੍ਹੀਆਂ 'ਚ ਇੱਕ ਬੇਟਾ ਸਾਡੇ ਘਰ 'ਚ। ਅੱਛਾ ਜੀ। ਅਤੇ ਮੈਂ ਇਕੱਲਾ ਹੀ ਬੱਚਾ ਸੀ। ਮੇਰੇ ਗ੍ਰੈਂਡਫਾਦਰ ਬਾਬਾ ਜੀ ਇਕੱਲੇ ਸੀ, ਮੈਂ ਫਾਦਰ ਰਾਏ ਫਕੀਰੁੱਲਾ ਖਾਨ ਉਹ ਇਕੱਲੇ ਸੀ, ਮੈਂ ਬੱਚਾ ਵੀ ਇਕੱਲਾ ਹੀ ਸੀ। ਅਤੇ ਮੈਂ 1.5 ਸਾਲ ਦਾ ਸੀ, ਮੇਰੇ ਬਾਬਾ ਜੀ ਗੁਜ਼ਰ ਗਏ। 4 ਸਾਲ ਦਾ ਸਿਰਫ ਸੀ, ਮੇਰੇ ਮਦਰ ਵੀ ਫੌਤ ਹੋ ਗਏ। ਅਤੇ ਮੈਂ 6.5 ਸਾਲ ਦਾ ਸੀ, ਮੇਰੇ ਫਾਦਰ ਵੀ ਰੱਬ ਨੂੰ ਪਿਆਰੇ ਹੋ ਗਏ। ਅਤੇ ਆਈ ਵਾਜ਼ ਲੈਫਟ ਆਲ ਅਲੋਨ। ਕੋਈ ਭੈਣ ਭਾਈ ਨਹੀਂ ਸੀ, ਚਾਚਾ ਤਾਇਆ ਨਹੀਂ ਸੀ। ਦਾਦੀ ਜੀ ਮੇਰੇ ਸੀ, ਬਿਰਧ ਦਾਦੀ ਔਰ ਮੈਂ, ਉਹਨਾਂ ਨੇ ਮੈਨੂੰ ਪਾਲਿਆ। ਉਸ ਬਿਰਧ ਬੀਬੀ ਬੜੀ ਸਿਆਣੀ ਸੀ, ਬੜੀ ਹਿੰਮਤੀ ਬੀਬੀ ਸੀ। ਉਹਨਾਂ ਨੇ ਮੇਰੀ ਐਜੂਕੇਸ਼ਨ, ਮੇਰੀ ਪ੍ਰੋਪਰਟੀ, ਹਰ ਚੀਜ਼ ਦਾ ਖਿਆਲ, ਔਰ ਗੰਗਾ ਸਾਗਰ ਦੀ ਸਾਂਭ ਸੰਭਾਲ ਦਾ ਇੰਨਾ ਫਿਕਰ ਸੀ ਉਹਨਾਂ ਨੂੰ। ਉਹਨਾਂ ਤੋਂ ਮੈਨੂੰ ਸਾਰੀ ਹਿਸਟਰੀ ਪਤਾ ਲੱਗੀ। ਰਾਏ ਸਾਹਿਬ, ਜਿਵੇਂ ਤੁਸੀਂ ਦੱਸਿਆ ਸਰ ਕਿ ਪਾਰਟੀਸ਼ਨ ਤੋਂ ਬਾਅਦ ਬਹੁਤ ਥੋੜ੍ਹਾ ਸਮਾਂ ਸੀ ਜਦੋਂ ਤੁਹਾਡੇ ਪੇਰੈਂਟਸ ਨਹੀਂ ਰਹੇ ਇਸ ਸੰਸਾਰ ਵਿੱਚ। ਤੁਹਾਨੂੰ ਇਹ ਜਿਹੜੀ ਗੁਰੂ ਸਾਹਿਬ ਦੀ ਨਿਸ਼ਾਨੀ ਸੀ, ਇਹਦੇ ਬਾਰੇ ਫਿਰ ਜਾਣਕਾਰੀ ਤੁਹਾਡੀ ਗ੍ਰੈਂਡ ਮਦਰ ਤੋਂ ਮਿਲੀ ਜੀ ਤੁਹਾਨੂੰ? ਹਾਂਜੀ, ਮੇਰੇ ਦਾਦੀ ਜੀ, ਬਿਰਧ ਦਾਦੀ ਜੀ, ਉਹਨਾਂ ਨੇ ਮੈਨੂੰ ਦੱਸਿਆ ਕਿ ਕਿਸ ਮਹਾਨ ਹਸਤੀ ਦੀ ਕਿੱਡੀ ਬਖਸ਼ਿਸ਼ ਸਾਡੇ ਘਰ 'ਚ ਹੈ ਔਰ ਕਿਹੜੀ ਜ਼ਿੰਮੇਦਾਰੀ ਮੇਰੇ 'ਤੇ ਪੈਣੀ ਹੈ। ਬਹੁਤ ਛੋਟਾ ਜਿਹਾ ਸੀ, ਅਤੇ ਉਹਨਾਂ ਨੇ ਦੱਸਿਆ ਕਿ ਕਿਸ ਮੁਹੱਬਤ, ਕਿਸ ਸਤਿਕਾਰ, ਪਿਆਰ ਨਾਲ ਸੰਗਤ ਰਾਏਕੋਟ ਦੇ ਵਿੱਚ ਸਾਨੂੰ ਮਿਲਦੀ ਸੀ, ਸਾਡਾ ਸਤਿਕਾਰ ਕਰਦੇ ਸੀ। ਮੁਸਲਮਾਨ, ਹਿੰਦੂ, ਸਿੱਖ, ਸਾਰੀਆਂ ਕਮਿਊਨਿਟੀਜ਼ ਆਪਸ ਦੇ ਵਿੱਚ ਬਹੁਤ ਹੀ ਪਿਆਰ ਮੁਹੱਬਤ ਨਾਲ ਸਾਰੇ ਰਹਿੰਦੇ ਸੀ। ਔਰ ਉਹਨਾਂ ਨੂੰ ਇਹ ਸੀ ਨਾਲ ਇਹ ਹੈ ਕਿ ਉਹਨਾਂ ਨੂੰ ਬਹੁਤ ਫਿਕਰ ਹੁੰਦੀ ਸੀ ਕਿ ਇਹ ਹਾਲੇ ਬੱਚਾ ਹੈ, ਸੁਰਤ ਸੰਭਾਲੇ, ਨੂੰ ਪਤਾ ਲੱਗੇ ਇਹਦੀ ਇੰਪੋਰਟੈਂਸ ਕੀ ਹੈ, ਇਹਦੀ ਰਿਸਪੈਕਟ ਕਿਵੇਂ ਕਰਨੀ ਹੈ। ਹਾਂ, ਮੇਰੀ ਦਾਦੀ ਲਈ ਇੱਕੋ ਮੈਂ ਬੱਚਾ ਹੀ ਰਹਿ ਗਿਆ ਸੀ ਦੇਖਣ ਜੋਗਾ। ਅਤੇ ਉਹਨਾਂ ਨੂੰ ਵੀ ਮੈਂ ਉਸ ਪਿਆਰ ਦੇ ਬਾਵਜੂਦ
ਉਹਨਾਂ ਨੇ 24 ਸਾਲ ਉਹ ਜ਼ਿੰਦਾ ਰਹੇ ਮੇਰੀ ਲਾਈਫ 'ਚ, ਸਿਰਫ 2 ਵਾਰੀ ਮੈਨੂੰ ਗੰਗਾ ਸਾਗਰ ਨੂੰ ਹੱਥ ਲਾਉਣ ਦਿੱਤੇ। ਸ਼ੀ ਵਾਜ਼ ਆਲਵੇਜ਼ ਵਰਿਡ ਕਿ ਨਰਾਦਰੀ ਨਾ ਹੋਵੇ, ਡਿਸਰਿਸਪੈਕਟ ਨਾ ਹੋਵੇ, ਇਹਨੂੰ ਕੋਈ ਮਿਸਗਾਈਡ ਨਾ ਕਰੇ, ਕੋਈ ਕੁਰਾਹ ਨਾ ਪਾਵੇ, ਤਾਂ ਕਿ ਸੁਰਤ ਸੰਭਾਲੇ ਤੇ ਹੀ ਸ਼ੁੱਡ ਰੀਅਲਾਈਜ਼ ਕਿ ਹੁਣ ਨਾਓ ਆਈ ਰੀਅਲਾਈਜ਼ ਜਦੋਂ ਮੈਂ ਦੋਤਿਆਂ ਪੋਤਿਆਂ ਵਾਲਾ ਹੋਇਆ ਕਿ ਕਿੱਡੀ ਸਿਆਣਪ ਸੀ ਉਸ ਗੱਲ ਦੇ ਵਿੱਚ ਕਿ ਕਿਵੇਂ ਰੱਖਣਾ। ਕੋਸ਼ਿਸ਼ ਕੀਤੀ ਹੈ, ਰੱਬ ਦਾ ਸ਼ੁਕਰ ਹੈ ਕਿ ਜਿਵੇਂ ਸਤਿਕਾਰ ਔਰ ਸ਼ਰਧਾ ਨਾਲ ਰੱਖਣ ਦਾ ਹੱਕ ਹੈ ਉਹ ਕੋਸ਼ਿਸ਼ ਕੀਤੀ ਹੈ ਕਿ ਕਿਵੇਂ ਸੰਭਾਲ ਕੇ ਰੱਖਿਆ ਜਾਵੇ। ਕਿਸ ਤਰ੍ਹਾਂ ਦਾ ਬਰਤਨ ਹੈ ਜੀ ਇਹ ਜਿਹੜੀ ਨਿਸ਼ਾਨੀ ਤੁਹਾਡੇ ਕੋਲ ਹੈ ਜੀ ਇਹਦੀ ਕੀ? ਇਹ ਜੀ ਇਹ ਸੁਰਾਹੀ ਨੁਮਾ ਬਰਤਨ ਹੈਗਾ ਜੀ। ਇਹਦੇ ਪਿੱਤਲ ਔਰ ਤਾਂਬੇ ਦੀ ਮਿਕਸ ਧਾਤਾਂ ਹੈਗੀਆਂ ਬਣੀਆਂ ਹੋਈਆਂ। ਅੱਛਾ ਜੀ। ਤੇ ਇਹਦੇ ਵਿੱਚ ਇੱਕ ਹੈਂਡਲ ਲੱਗਿਆ ਹੋਇਆ, ਇਹਦੇ ਵਿੱਚ ਦੁੱਧ ਜਲ ਪਾਉਣ ਵਾਸਤੇ ਕੰਟੇਨਰ ਜਿਵੇਂ ਕਹੀਦਾ ਜੀ। ਕਿਸੇ ਜ਼ਮਾਨੇ 'ਚ ਕੋਈ ਗੜਵੀ ਰੱਖਦਾ ਸੀ, ਕੋਈ ਗਲਾਸ ਰੱਖਦਾ ਸੀ ਰਾਜ ਸਫ਼ਰ ਲਈ, ਕੋਈ ਜਿਹੜਾ ਅਫੋਰਡ ਕਰਦਾ ਸੀ ਉਹ ਚੰਗੇ ਬਰਤਨ ਰੱਖਦਾ ਸੀ। ਅਤੇ ਇਹ ਇਸ ਤਰ੍ਹਾਂ ਇਹਦੇ ਵਿੱਚ ਇਹਦੀ ਬਣਤਰ, ਇਹਦੀ ਕਮਾਲ ਦੀ ਇਹਦੀ ਇੰਜੀਨੀਅਰਿੰਗ ਜਾਂ ਇਹਦੀ ਕਮਾਲ ਦੀ ਮਹਾਰਤ ਹੈ ਕਿ ਇਹਦੇ ਵਿੱਚ ਜਦੋਂ ਸੈਂਡ ਪਾਈਏ ਜੀ ਅਤੇ ਉਹ ਘਿਰ ਜਾਂਦੀ ਹੈ ਬਾਹਰ। ਇਹਦੇ ਵਿੱਚ ਜਦ ਜਲ ਦੁੱਧ ਪਾਈਏ ਅਤੇ ਇਹਦੇ ਵਿੱਚ ਥੋੜ੍ਹੇ ਜਿਹੇ ਕਤਰੇ ਗਿਰਦੇ ਜਦੋਂ ਭਰਦੇ ਹੋਈਏ ਇਹਨੂੰ। ਅੱਛਾ ਜੀ। ਹਾਂ, ਉਸ ਤੋਂ ਬਾਅਦ ਇਹ ਟਿਕ ਜਾਂਦਾ। ਇਹਦੇ ਵਿੱਚੋਂ ਫਿਰ ਟੂਟੀ ਰਾਹੀਂ ਕੱਢਣਾ ਪੈਂਦਾ। ਸੋ ਜਦੋਂ ਅਸੀਂ ਦੇਖਦੇ ਹਾਂ, ਤਸਵੀਰ ਦੇਖਦੇ ਹਾਂ ਤਾਂ ਇਹਦੇ ਬਾਹਰ ਛੇਦ ਵੀ ਹੋਏ ਨੇ ਜੀ। ਇਹਦੇ ਆਲੇ ਇਹਦੇ ਆਪਣਾ ਗੁਲਾਈ ਦੇ ਵਿੱਚ ਛੇਕ ਹੈਗੇ ਹੈ। ਹਾਂਜੀ। ਅਤੇ ਇਹਦੇ ਥੱਲੇ ਵੀ ਛੇਕ ਹੈਗੇ ਹੈ। ਫਿਰ ਉੱਪਰ ਵੀ ਜਾਲੀ ਹੈਗੀ ਹੈ ਬਣੀ ਹੋਈ, ਪੌਣੀ ਜਿਵੇਂ ਬਣੀ ਹੁੰਦੀ ਪੱਤੇ ਜਾਂ ਕੱਖ ਕੁੱਖ ਰੋਕਣ ਲਈ ਜੀ। 288 ਟੋਟਲ ਹੈਗੇ ਸੁਰਾਖ ਇਹਦੇ 'ਚ। 288 ਟੋਟਲ ਹੈ। ਹਾਂਜੀ। ਫਿਰ ਅੱਛਾ, ਉਹਦੇ ਵਿੱਚ ਇਹਦਾ ਇੰਜੀਨੀਅਰਿੰਗ ਕੈਸੀ ਹੈ, ਕਮਾਲ ਦੀ ਮਹਾਰਤ ਹੈ। ਲੇਕਿਨ ਸਾਡੇ ਲਈ ਜਿਵੇਂ ਮੈਂ ਪਹਿਲੇ ਕਿਹਾ ਕਿ ਸਭ ਤੋਂ ਵੱਡੀ ਮਹੱਤਤਾ ਹੈ ਕਿ ਗੁਰੂ ਸਾਹਿਬ ਦੀ ਸ਼ੋਅ ਪ੍ਰਾਪਤ ਹੈ। ਇਹਨੂੰ ਮੈਂ ਬਹੁਤ ਹੀ ਕੋਈ ਪ੍ਰੋਪਰਲੀ ਬਹੁਤ ਰਿਸਪੈਕਟ ਨਾਲ ਟੱਚ ਕਰਨਾ ਚਾਹਵੇ ਕਿਉਂਕਿ ਗੁਰੂ ਸਾਹਿਬ ਦੇ ਪਤਾ ਨਹੀਂ ਕਿੰਨੀ ਵਾਰੀ ਹੱਥ ਇਹਨੂੰ ਲੱਗੇ। ਜੀ ਜੀ ਜੀ। ਸੰਗਤ ਦੇ ਮਨ ਦੇ ਵਿੱਚ ਹੁੰਦਾ ਹੈ ਕਿ ਸਾਨੂੰ ਲਾਈਫ ਵਿੱਚ ਇੱਕ ਭਾਵੇਂ ਉਹ ਸੈਕਿੰਡ ਮਿਲ ਜਾਵੇ ਜਿਹਨੂੰ ਗੁਰੂ ਸਾਹਿਬ ਦੇ ਆਪਣੇ ਹੱਥ ਲੱਗੇ ਨੇ ਉਹਨੂੰ ਟੱਚ ਕਰ ਲਈਏ ਸਤਿਕਾਰ ਨਾਲ, ਪ੍ਰੇਮ ਨਾਲ ਜੀ। ਉਹ ਮੈਂ ਅਲਾਉ ਕਰ ਦਿੰਦਾ, ਕਲੋਜ਼ਲੀ ਮੈਂ ਨੇੜਿਓਂ ਦੇਖਣ ਦੀ ਪਰਮਿਸ਼ਨ ਦੇ ਸਕਦਾ। ਅਤੇ ਲੇਕਿਨ ਇਹਨੂੰ ਸੰਭਾਲ ਕੇ ਰੱਖਣਾ, ਇਹਦੀ ਧਿਆਨ ਕਰਨਾ, ਅੱਲਾ ਦਾ ਸ਼ੁਕਰ ਹੈ ਕਿ ਇਹੀ ਵਜ੍ਹਾ ਹੈ ਕਿ ਅਦਰਵਾਈਜ਼ ਇੰਨਾ ਅਰਸਾ ਉਹਨੂੰ ਸੰਭਾਲ ਕੇ ਰੱਖਣਾ ਬੜਾ ਮੁਸ਼ਕਿਲ ਜਿਹਾ ਕੰਮ ਹੈ। ਬਲਕਿ ਮੈਨੂੰ ਜਿਹੜੇ ਪੁਰਾਣੇ ਚੀਜ਼ਾਂ ਹੈਗੀਆਂ, ਵਸਤੂ, ਉਹਨਾਂ ਨੂੰ ਸੰਭਾਲਣ ਵਾਲੇ ਜਿਹੜੇ ਐਕਸਪਰਟਸ ਹੈਗੇ ਨੇ, ਐਂਟੀਕ ਐਕਸਪਰਟਸ, ਉਹਨਾਂ ਨੇ ਕਿਹਾ ਕਿ ਇਹਨੂੰ ਤੁਸੀਂ ਯੂਜ਼ ਨਾ ਕਦੀ ਪਾਣੀ ਜਾਂ ਦੁੱਧ ਵਗੈਰਾ ਨਾ ਪਾਓ ਤਾਂ ਕਿ ਹਾਲੇ ਇਹੀ ਵਜ੍ਹਾ ਹੈ ਕਿ ਆਉਣ ਵਾਲੀਆਂ ਨਸਲਾਂ ਲਈ ਹੁਣ ਅਸੀਂ 9ਵੀਂ ਨਸਲ ਲੈ ਕੇ ਬਚਿਆ ਹੋਇਆ ਅਤੇ ਇਹਨੂੰ ਹੋਰ ਜਿੰਨਾ ਵੀ ਇਹ ਸੰਭਾਲ ਕੇ ਇਹਦਾ ਬਦਲ ਹੈ ਨਹੀਂ ਕੋਈ ਵੀ। ਬਿਲਕੁਲ ਠੀਕ ਹੈ। ਅਤੇ ਅੱਲਾ ਕਰੇ ਇਸੇ ਤਰ੍ਹਾਂ। ਪਰ ਜਿਵੇਂ ਤੁਸੀਂ ਦੱਸਿਆ ਜੀ ਵੀ ਇਹਦੇ ਵਿੱਚ 288 ਇਹਦੇ ਵਿੱਚ ਛੇਦ ਹੈਗੇ ਨੇ, ਫਿਰ ਉਹ ਪਾਣੀ ਜਾਂ ਦੁੱਧ ਕਿਵੇਂ ਟਿਕਦਾ ਜੀ ਉਹਦੇ ਵਿੱਚ? ਫਿਰ ਉਹਦੇ ਵਿੱਚ ਇੰਜੀਨੀਅਰਿੰਗ ਐਸੀ ਹੈ ਬਿਕੋਜ਼ ਹੁਣ ਮੈਂ ਆਪਸ ਦੀ ਗੱਲ ਤੁਸੀਂ ਮੈਨੂੰ ਪੁੱਛਿਆ ਕਲੀਅਰਲੀ, ਮੈਂ ਹੁਣ ਕਿਸੇ ਨੂੰ ਇਹ ਨਹੀਂ ਅਲਾਉ ਕਰ ਸਕਦਾ ਕਿ ਗੋਡ ਫੋਰਬਿਡ ਇਹਨੂੰ ਬ੍ਰੇਕ ਕਰਕੇ ਅਸੀਂ ਚੈੱਕ ਕਰੀਏ ਕਿ ਇਹ ਕਿਵੇਂ ਬਣਿਆ, ਇਹਦੀ ਬਣਤਰ ਅੰਦਰੋਂ ਕੀ ਹੈ। ਅੱਛਾ। ਹਾਂਜੀ। ਅੰਦਰੋਂ ਕੀ ਹੈ ਕਿਉਂਕਿ ਉੱਪਰ ਵੀ ਜਾਲੀ ਹੈ, ਉੱਤੋਂ ਦਿਸਦਾ ਨਹੀਂ ਵਿੱਚ। ਅੱਛਾ ਜੀ। ਅੱਛਾ ਜੀ। ਬਹੁਤ ਬਰੀਕ ਜਾਲੀ ਉੱਪਰ ਪੌਣੀ ਬਣੀ ਹੋਈ, ਮੂੰਹ ਜਿੱਧਰੋਂ ਪਾਣੀ ਪਾਈਦਾ। ਅੱਛਾ ਜੀ। ਉਹ ਵੀ ਹੈ ਅਤੇ ਇਸ ਤਰ੍ਹਾਂ ਦੀ। ਲੇਕਿਨ ਸਾਡੇ ਲਈ ਨਿਸ਼ਾਨੀ ਹੋਣਾ ਗੁਰੂ ਸਾਹਿਬ ਦੀ ਇਹ ਵੱਡੀ ਗੱਲ ਹੈ, ਸਭ ਤੋਂ ਵੱਡੀ ਗੱਲ। ਦੈਟਸ ਰਾਈਟ। ਅਤੇ ਇਹਦੀ ਸਾਂਭ ਸੰਭਾਲ ਫਿਰ ਕਿਵੇਂ ਹੁੰਦੀ ਹੈ ਜੀ, ਕਿਵੇਂ ਤੁਸੀਂ ਰੱਖਦੇ ਹੋ ਜੀ? ਇਹ ਜਦੋਂ ਜੀ ਰਾਏਕੋਟ ਦੇ ਵਿੱਚ ਹੁੰਦਾ ਸੀ ਸਾਡੀ ਹਵੇਲੀ, ਉਹ ਅੱਜ ਵੀ ਕਾਇਮ ਹੈ। ਅੱਛਾ ਜੀ। ਜਿਹੜੀ ਕਿ ਅਸੀਂ ਛੱਡ ਕੇ ਮੇਰੇ ਬਾਬਾ ਜੀ ਔਰ ਮੇਰੇ ਫਾਦਰ ਆਏ ਸੀ, ਉਹਦੇ ਵਿੱਚ ਉੱਪਰ ਵਾਲੇ ਕਮਰੇ 'ਚ ਮੇਰੇ ਬਾਬਾ ਜੀ ਨੇ ਸਜਾਇਆ ਹੁੰਦਾ ਸੀ ਗੰਗਾ ਸਾਗਰ। ਅੱਛਾ ਜੀ। ਹੁਣ ਉੱਥੇ ਇੱਕ ਸਰਦਾਰ ਫੈਮਿਲੀ ਹੈ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਉਸੇ ਕਮਰੇ 'ਚ। ਅੱਛਾ ਜੀ। ਅੱਛਾ ਜੀ। ਅਤੇ ਉੱਥੇ ਘਰ 'ਚ ਰੱਖਦੇ ਸੀ ਮੇਰੇ ਬਾਬਾ ਜੀ। ਫਿਰ ਜਦੋਂ ਪਾਕਿਸਤਾਨ ਚਲੇ ਗਏ ਫਿਰ ਉੱਥੇ ਉਸ ਤੋਂ ਬਾਅਦ ਅਸੀਂ ਇਹ ਹੁਣ ਮੈਂ ਬੈਂਕ 'ਚ ਰੱਖਿਆ, ਪਹਿਲੇ ਲੰਡਨ ਦੇ ਵਿੱਚ ਰੱਖਿਆ ਹੋਇਆ ਸੀ, ਹੁਣ ਮੈਂ ਕੈਨੇਡਾ ਦੀ ਇਮੀਗ੍ਰੇਸ਼ਨ ਲੈ ਲਈ ਹੋਈ ਹੈ ਮੈਂ ਔਰ ਮੇਰੀ ਫੈਮਿਲੀ ਨੇ ਸਾਰੀ। ਹੁਣ ਮੈਂ ਵੈਨਕੂਵਰ ਬੈਂਕ 'ਚ ਰੱਖਿਆ ਹੋਇਆ ਜੀ। ਅਤੇ ਉਦੋਂ ਜਦੋਂ ਕੋਈ ਰਿਕੁਐਸਟ ਆਉਂਦੀ ਹੈ ਔਰ ਸਿਰਫ ਗੁਰੂ ਸਾਹਿਬ ਦੇ ਮਨ ਦੇ ਵਿੱਚ ਸ਼ਰਧਾ ਵਾਲੇ ਸੱਦਣ ਵਾਲਾ ਹੋਵੇ, ਗੁਰੂ ਘਰ ਦੇ ਵਿੱਚ ਪ੍ਰੋਪਰ ਅਰੇਂਜਮੈਂਟਸ ਹੋਣ, ਸਤਿਕਾਰ ਨਾਲ ਸੰਗਤ ਆ ਕੇ ਦਰਸ਼ਨ ਕਰ ਸਕੇ ਪ੍ਰੇਮ ਨਾਲ, ਸਿਰਫ ਤਾਂ ਮੈਂ ਉਸ ਇਨਵੀਟੇਸ਼ਨ, ਅਗਰ ਮੇਰੇ ਕੋਲ ਟਾਈਮ ਹੋਵੇ ਤਾਂ ਫਿਰ ਮੈਂ ਆਈ ਐਗਰੀ ਟੂ ਕਮ। ਹੋਰ ਮੇਰੀ ਕੋਈ ਕੰਡੀਸ਼ਨ ਨਹੀਂ, ਸਿਰਫ ਸ਼ਰਧਾ ਔਰ ਸਤਿਕਾਰ ਗੁਰੂ ਸਾਹਿਬ ਲਈ ਔਰ ਉਸ ਫੈਮਿਲੀ ਲਈ ਥੋੜ੍ਹਾ ਜਿਹਾ ਹੋਵੇ ਜਿਨ੍ਹਾਂ ਨੇ ਉਸ ਵੇਲੇ ਉਸ ਭਿਆਨਕ ਸਮੇਂ ਸੇਵਾ ਕੀਤੀ ਔਰ ਗੁਰੂ ਸਾਹਿਬ ਦੀ ਬਖਸ਼ਿਸ਼ ਨੂੰ ਸਾਂਭ ਕੇ ਰੱਖੀ। ਜੀ, ਬਹੁਤ ਮਿਹਰਬਾਨੀ ਤੁਹਾਡੀ, ਬਹੁਤ ਸ਼ੁਕਰੀਆ। ਤੁਸੀਂ ਸਾਡੇ ਸ਼ਹਿਰ 'ਚ ਆਏ। ਮੈਂ ਇੱਥੇ ਇੱਕ ਗੱਲ ਸਿਰਫ ਸ਼ੇਅਰ ਕਰਨਾ ਚਾਹਾਂਗਾ ਕਿ ਜਦੋਂ ਮੇਰੇ ਦਾਦੀ ਜੀ ਨੇ ਦੱਸਿਆ ਤਾਂ ਮੇਰੇ ਮਨ ਦੇ ਵਿੱਚ ਸੀ ਕਿ ਮੈਂ ਉਸ ਧਰਤੀ 'ਤੇ ਅੱਲਾ ਨੇ ਜਦੋਂ ਮੈਨੂੰ ਮੌਕਾ ਦਿੱਤਾ ਮੈਂ ਵਾਪਸ ਜਾਵਾਂ, ਗੰਗਾ ਸਾਗਰ ਵੀ ਲੈ ਕੇ ਜਾਵਾਂ ਜਿੱਥੇ ਸੇਵਾ ਹੋਈ ਸੀ ਔਰ ਬਖਸ਼ਿਸ਼ ਹੋਈ ਸੀ। ਇਹ ਫਿਰ ਮੌਕਾ ਮੈਨੂੰ
2004 ਚ ਮਿਲਿਆ, ਜਦੋਂ ਚਾਰੋਂ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਮਨਾਇਆ ਗਿਆ ਬਹੁਤ ਉੱਚੇ ਪੱਧਰ 'ਤੇ ਜੀ ਔਰ ਮਾਤਾ ਗੁਜਰੀ ਜੀ ਦਾ। ਉਦੋਂ ਫਿਰ ਮੈਨੂੰ ਸੱਦੇ ਆਏ ਔਰ ਮੈਂ 57 ਤੋਂ ਸਾਲਾਂ ਬਾਅਦ 57 ਸਾਲਾਂ ਬਾਅਦ 47 ਤੋਂ ਬਾਅਦ ਗੰਗਾ ਸਾਗਰ ਇੰਡੀਆ ਗਿਆ। ਇੰਡੀਆ ਲੈ ਕੇ ਗਏ? ਅੱਛਾ ਜੀ ਜੀ ਜੀ। ਫਿਰ ਰਾਜਾ ਸਾਂਸੀ ਅਸੀਂ ਦਿੱਲੀ ਗਏ, ਉੱਥੋਂ ਸਪੈਸ਼ਲ ਪਲੇਨ 'ਤੇ ਸਾਨੂੰ ਰਾਜਾ ਸਾਂਸੀ ਏਅਰਪੋਰਟ ਭੇਜਿਆ, ਅੰਮ੍ਰਿਤਸਰ ਗਏ ਲੈ ਜੀ 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 ਸਾਡੇ ਹੋਸਟ। ਤੇ ਤੁਸੀਂ ਹਰਮੰਦਰ ਸਾਹਿਬ ਕਰਾਇਆ। ਪ੍ਰਾਈਮ ਮਿਨਿਸਟਰ ਨੂੰ ਵੀ ਮਿਲੇ ਤੁਸੀਂ? ਜੀ, ਉਹਨਾਂ ਦਾ ਮੈਸੇਜ ਆਇਆ ਕਿ ਉਹ ਮਿਲਣਾ ਚਾਹੁੰਦੇ, ਗੰਗਾ ਸਾਗਰ ਦੇ ਦਰਸ਼ਨ ਕਰਨਾ ਚਾਹੁੰਦੇ ਜੀ। ਮੈਂ ਕਿਹਾ ਜੀ ਮੈਂ ਸੰਗਤ ਨੂੰ ਜਿਹੜਾ ਟਾਈਮ ਦਿੱਤਾ ਹੋਇਆ ਉਹ ਮੈਂ ਚੇਂਜ ਨਹੀਂ ਕਰ ਸਕਦਾ। ਅਨਾਊਂਸ ਜਿਹੜਾ ਹੈ, ਮੈਂ 29 ਦਸੰਬਰ ਨੂੰ ਵਾਪਸ ਲੰਡਨ ਜਾਣਾ ਹੈ ਜੀ, ਅਤੇ ਉਸ ਦਿਨ ਮੈਂ ਦੁਪਹਿਰ ਨੂੰ ਮੇਰੀ ਫਲਾਈਟ ਹੈ। ਫਿਰ ਉਹਨਾਂ ਦਾ ਦੁਬਾਰਾ ਮੈਸੇਜ ਆਇਆ ਕਿ ਮੈਂ ਆਪਣੇ ਰੁਝੇਵੇਂ ਕਮਿਟਮੈਂਟਸ ਚੇਂਜ ਕਰ ਲਈਆਂ ਅਤੇ ਉਸ ਦਿਨ ਸਵੇਰੇ 10 ਵਜੇ ਤੁਸੀਂ ਮੈਨੂੰ ਅਗਰ ਮਿਲ ਲਵੋ ਤਾਂ ਮੈਨੂੰ ਖੁਸ਼ੀ ਹੋਊਗੀ। ਉਹ ਫਿਰ ਮੈਂ ਹਰਿਮੰਦਰ ਸਾਹਿਬ, ਚਮਕੌਰ ਸਾਹਿਬ, ਫਤਿਹਗੜ੍ਹ ਸਾਹਿਬ, ਆਲਮਗੀਰ ਸਾਹਿਬ ਤਾਂ ਅਸੀਂ 12ਵੇਂ ਦਿਨ ਰਾਏਕੋਟ ਗਏ। ਫਿਰ ਅਸੀਂ ਆਲਮਗੀਰ ਸਾਹਿਬ ਤੋਂ ਰਾਏਕੋਟ। ਅੱਛਾ ਜੀ। ਇੰਨਾ ਸਮੁੰਦਰ ਸੀ, ਲੱਖਾਂ ਦੀ ਤਾਦਾਦ ਸੰਗਤ ਸੀ। ਇੱਥੇ ਸੰਗਤ ਵਡਭਾਗੀ ਹੈ ਕਿ ਪਿਆਰ ਪ੍ਰੇਮ ਨਾਲ ਬਹੁਤ ਨੇੜੇ ਹੋ ਕੇ ਸੰਗਤ ਦਰਸ਼ਨ ਕਰ ਸਕਦੀ ਹੈ। ਉੱਥੇ ਨੋਬਡੀ ਕੁਡ ਕਮ ਨੀਅਰ ਅਸ। ਉੱਤੇ ਫਲੋਟ 'ਤੇ ਸਜਾਇਆ ਸੀ ਸ਼ੀਸ਼ੇ ਦਾ ਇੱਕ ਕੇਸ ਬਣਾ ਕੇ। ਅੱਛਾ ਜੀ। ਅਤੇ ਗੰਗਾ ਸਾਗਰ ਸਜਾਇਆ ਸੀ। ਸਾਨੂੰ 50 ਮਿੰਟ ਦਾ ਰਸਤਾ ਹੈ ਉਹ ਆਲਮਗੀਰ ਸਾਹਿਬ ਤੋਂ ਗਿੱਲਾਂ ਦੇ ਵਿੱਚੋਂ ਹੋ ਕੇ ਲੁਧਿਆਣਾ ਦੀਆਂ ਨਹਿਰਾਂ, ਮੁੱਲਾਂਪੁਰ, ਸਧਾਰ, ਹਲਵਾਰਾ, ਅੱਗੇ ਨੂਰਪੁਰਾ, ਰਾਏਕੋਟ, ਉਹ ਸਾਨੂੰ 11 ਘੰਟੇ ਲੱਗੇ। ਵਾਹ ਵਾਹ ਵਾਹ। ਵੀ ਕੁਡ ਹਾਰਡਲੀ ਮੂਵ ਜੀ। ਲੋਕਾਂ ਦੀਆਂ ਅੱਖਾਂ ਦੇ ਵਿੱਚ ਆਂਸੂ ਸੀ, ਯਾਦ ਕਰਕੇ ਗੁਰੂ ਸਾਹਿਬ ਦੀ ਮੁਸ਼ਕਿਲਾਂ, ਔਖਿਆਈਆਂ, ਸ਼ਹੀਦੀਆਂ ਬੱਚਿਆਂ ਦੀਆਂ। ਅਤੇ ਲੇਕਿਨ ਇਹ ਵੀ ਯਾਦ ਸੀ ਕਿ ਉਸ ਵੇਲੇ ਸੱਚਾਈ ਨਾਲ, ਸਿਦਕ ਦਿਲ ਨਾਲ ਕੌਣ ਖੜਾ ਸੀ। ਮੈਨੂੰ ਜਿੰਨੀ ਇੱਜ਼ਤ ਔਰ ਪਿਆਰ ਦਿੱਤਾ, ਮੈਂ ਰੱਬ ਦਾ ਜਿੰਨਾ ਵੀ ਸ਼ੁਕਰ ਅਦਾ ਕਰਾਂ ਘੱਟ ਹੈ। ਮੇਰਾ ਖਿਆਲ ਹੈ ਮੇਰੀ ਕੋਈ ਕੰਟਰੀਬਿਊਸ਼ਨ ਨਹੀਂ, ਮੈਂ ਇਸ ਕਾਬਿਲ ਨਹੀਂ। ਉਹ ਮੇਰੇ ਬਜ਼ੁਰਗਾਂ ਦਾ ਨੇਕ ਕਦਮ ਸੀ, ਸੇਵਾ ਕਰਨ ਵਾਲਾ ਗੁਰੂ ਸਾਹਿਬ ਦੀ, ਜਿਹਨਾਂ ਨਾਲ ਉਹਨਾਂ ਦਾ ਨਾਮ ਅਮਰ ਹੋ ਗਿਆ। ਅਤੇ ਔਰ ਗੁਰੂ ਸਾਹਿਬ ਦੀ ਜਿਹੜੀ ਪਵਿੱਤਰ ਬਖਸ਼, ਇਹਨੂੰ ਸਾਂਭ ਕੇ ਰੱਖਣ ਦਾ, ਇਸ ਚੀਜ਼ ਦਾ ਸਦਕਾ ਹੈ ਜਿਹੜਾ ਮੈਨੂੰ ਪਿਆਰ ਮਿਲਿਆ। ਤਾਂ ਮੇਰੀ ਇਹੀ ਦੁਆ ਹੈ ਰੱਬ ਅੱਗੇ ਕਿ ਰੱਬ ਕਰੇ ਅਸੀਂ ਮੈਂ ਇਨਸਾਨੀਅਤ ਦਾ ਜਿਹੜਾ ਅਜ਼ੀਮ ਰਿਸ਼ਤਾ ਸਾਡਾ ਸਾਰੀ ਦੁਨੀਆ ਦਾ, ਉਹਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਸਾਹਿਬ ਦੀ ਸੇਵਾ ਨੂੰ ਔਰ ਉਹਨਾਂ ਦੇ ਜਿਹੜੇ ਚਰਨ ਪਏ ਨੇ ਰਾਏਕੋਟ ਦੀ ਧਰਤੀ 'ਤੇ, ਇਹ ਮੁਹੱਬਤ ਸਾਰਿਆਂ ਨਾਲ ਸਾਡੀ ਚੱਲਦੀ ਰਹੇ। ਮੇਰੇ ਬੱਚਿਆਂ ਲਈ, ਮੇਰਾ ਬੇਟਾ ਇੱਕ ਹੈ ਰਾਏ ਮੁਹੰਮਦ ਅਲੀ, ਉਹਦੀ 34 ਸਾਲ ਉਮਰ ਹੈ। ਅੱਲਾ ਕਰੇ ਦੁਆ ਤਾਂ ਕਰਨਾ ਕਿ ਉਹਨਾਂ ਨੂੰ ਵੀ, ਸਾਨੂੰ ਸਾਰਿਆਂ ਨੂੰ ਬਲ ਬਖਸ਼ੇ। ਬੱਚੇ ਵੀ ਆਪਣੇ ਬਜ਼ੁਰਗਾਂ, ਭੈਣਾਂ ਭਰਾਵਾਂ ਨਾਲ ਹਮੇਸ਼ਾ ਸਤਿਕਾਰ, ਪਿਆਰ ਔਰ ਨਿਮਰਤਾ ਨਾਲ ਅਸੀਂ ਹਮੇਸ਼ਾ ਮਿਲਦੇ ਰਹੀਏ। ਵਾਹ ਜੀ ਵਾਹ, ਤੁਹਾਡੇ ਬਹੁਤ ਕੀਮਤੀ ਵਰਡਸ ਨੇ ਜੀ। ਬਹੁਤ ਮਿਹਰਬਾਨੀ ਤੁਹਾਡੀ, ਬਹੁਤ ਸ਼ੁਕਰੀਆ। ਤੁਸੀਂ ਸਾਡੇ ਸਟੂਡੀਓ 'ਚ ਆਏ, ਸਾਨੂੰ ਬਹੁਤ ਮਾਣ ਤੁਸੀਂ ਦਿੱਤਾ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਜੀ, ਵੈਰੀ ਮਚ। ਸਤਿ ਸ਼੍ਰੀ ਅਕਾਲ, ਨਮਸਕਾਰ ਜੀ।